पेश है कहानी सजा जाफ्ता। आ गए ओए आ गए, मोड़ियो ना, लंघ जाण दिओ। ललकारे सुन के घाची तरबक के उठिया। मैं तां जागदा ही बैठा सी। असीं झुंबी विचों बाहर निकल आए। संघਣੀ धुंद विच हत्थ मारिया भी नहीं दिसदा सी, पर सानूं अंदाज़ा लग गया। असीं बैटरी ना जगाई। बिल्कुल नेड़े आयां तो पता लग्या जग्गा ते बंसी 7-8 डंगरां नूं भजाई आउंदे सन। ਉਹ साडी झुंबी कोलों अगे सड़क वल लंघ गए। घाची मेरे खेत का गवांढी है। सड़क वाले खेत असीं सांझी झुंबी बनाई हुई है। मोटर वाले कमरे विच पै के सांझी राखी नहीं रखी जा सकती। उंज भी झुंबी विच पैण नाल ठंड लगदी रहिंदी है, जिस कारण गूढ़ी नींद नहीं आउंदी। क्यों जो गूढ़ी नींद सौण वाला वधिया रखवाली नहीं कर सकता। वापस आउंदे जग्गा ते बंसी साडे कोल खड़ गए। मार ते यार ऐतकी तां ना दिने चैन मिलदा ते ना रात नूं सौणा मिलदा। जे यही हाल रहा ना, बाही तां छड्डणी पऊ। उनींदरे दा भन्निआ बंसी तपिया पिया सी। जे आपां छड्डती फिर तां चुटकले वाले वांगू खेती बंदिਆਂ ਨੂੰ करनी पऊ। मैं हੱਸਿਆ। होर यारा, बंदिਆਂ वाली जून तां अपनी रही हुई कोई नहीं। सारे किसानां वांगू जग्गा भी दुखी सी। ਉਹ ਕਹਿਣ ਲੱਗਿਆ, ਜਦੋਂ ਦਾ ਪਹਿਲਾ ਪਾਣੀ ਲੱਗਿਆ ਘਰੇ ਤਾਂ ਕੋਈ ਰਾਤ ਕੱਟ ਕੇ ਨਹੀਂ ਦੇਖੀ। ਸਾਰਾ ਪੋਹ ਮਾਘ ਖੇਤਾਂ 'ਚ ਲੰਘ ਗਿਆ। ਡੰਗਰਾਂ ਮਗਰ ਡੰਗਰ ਬਣੇ ਪਏ ਆ। ਪਿਛਲੇ ਸਾਲ ਤਾਂ ਰਾਖਿਆਂ ਨੇ ਵਾਹਵਾ ਡੰਗ ਸਾਰਤਾ ਸੀ। ਐਤਕੀ ਤਾਂ ਉਹ ਵੀ ਅੱਧ ਵਿਚਾਲੇ ਛੱਡ ਗਏ ਰਾਖੀ। ਘਾਚੀ ਵੀ ਚਰਚਾ ਵਿੱਚ ਸ਼ਾਮਲ ਹੋ ਗਿਆ। ਹੁਣ ਤਾਂ ਬਈ ਆਪ ਹੀ ਅੱਕ ਚੱਬਣਾ ਪਊ, ਜਿਹੜਾ ਮਹੀਨਾ ਡੂਢ ਮਹੀਨਾ ਰਹਿ ਗਿਆ ਕਣਕ ਪੱਕਣ 'ਚ। ਕਹਿੰਦਾ ਹੋਇਆ ਬੰਸੀ ਜੱਗੇ ਨੂੰ ਲੈ ਕੇ ਚਲਾ ਗਿਆ। ਮੈਂ ਮੋਬਾਈਲ 'ਤੇ ਸਮਾਂ ਦੇਖਿਆ। 1 ਵੱਜਣ ਵਾਲਾ ਸੀ। ਹੁਣ ਸੌਣ ਦੀ ਵਾਰੀ ਮੇਰੀ ਸੀ ਤੇ ਰਾਖੀ ਘਾਚੀ ਨੂੰ ਰੱਖਣੀ ਬਣੀ ਸੀ। ਬਿਸਤਰੇ 'ਚ ਥੋੜ੍ਹਾ ਸਿੱਧਾ ਹੋ ਕੇ ਪੈਣ ਦੀ ਲੋੜ ਹੈ ਕਿ ਘਰਾੜੇ ਵੱਜਣੇ ਸ਼ੁਰੂ ਹੋ ਜਾਂਦੇ ਹਨ। ਦਿਨ ਚੜ੍ਹਿਆ ਹੈ। ਘਰ ਦੇ ਪਰਤਣ ਦਾ ਵੇਲਾ। ਘਾਚੀ ਨੇ ਚਾਹ ਬਣਾ ਰੱਖੀ ਸੀ। ਪਿੰਡ ਦੇ ਹਰੇਕ ਮੋੜ 'ਤੇ 2-2 4-4 ਜਣਿਆਂ ਦੇ ਟੋਲੇ ਖੜ੍ਹੇ ਹਨ। ਪਹਿਲਾਂ ਤਾਂ ਕਦੇ ਇਉਂ ਨਹੀਂ ਦੇਖੇ। ਥੋੜ੍ਹਾ ਸ਼ੱਕ ਪੈਂਦਾ ਹੈ। ਰਾਤ ਸੁੱਖਾਂ ਭਰੀ ਬਤੀਤ ਹੋਈ ਨਹੀਂ ਜਾਪਦੀ। ਅਖੀਰ ਘਰ ਨੇੜਲੀ ਸੱਥ ਤੋਂ ਤਾਂ ਪਤਾ ਲੱਗ ਹੀ ਜਾਂਦਾ ਹੈ। ਦਰਅਸਲ ਸਾਡੇ ਵਾਂਗ ਹੀ ਰੋਹੀ ਵਾਲੇ ਖੇਤਾਂ ਵਿੱਚ ਵੀ ਲੋਕ ਆਪਣੇ ਖੇਤਾਂ ਦੀ ਰਾਖੀ ਕਰਨ ਜਾਂਦੇ ਹਨ। ਭਾਗੂ ਕੇ ਮੁੰਡੇ ਖੁਦ ਆਪਣੇ ਖੇਤ ਦੀ ਰਖਵਾਲੀ ਕਰਦੇ। ਸਰਦਾਰਾਂ ਦੇ ਖੇਤ ਦੀ ਰਾਖੀ ਲਈ ਉਹਨਾਂ ਦੇ ਨੌਕਰ ਵਾਰੀ-ਵਾਰੀ ਖੇਤ ਪੈਂਦੇ। ਦੋਵੇਂ ਘਰਾਂ ਦੀ ਕੁਝ ਰੰਜਿਸ਼ ਪਹਿਲਾਂ ਤੋਂ ਹੀ ਚੱਲੀ ਆਉਂਦੀ ਸੀ। ਰਾਤ 10 ਕੁ ਵਜੇ ਅਵਾਰਾ ਪਸ਼ੂਆਂ ਦਾ ਬਾਗਾ ਰੋਹੀ ਵਾਲੇ ਖੇਤਾਂ 'ਚ ਚਲਾ ਗਿਆ। ਸਰਦਾਰਾਂ ਦੇ ਨੌਕਰ ਮੁਖੇ ਨੇ ਆਪਣੇ ਖੇਤਾਂ ਵਿੱਚੋਂ ਉਹਨਾਂ ਨੂੰ ਅੱਗੇ ਸ਼ਸ਼ਕੇਰ ਦਿੱਤਾ। ਪਸ਼ੂ ਭਾਗੇ ਕੀ ਬਾੜ ਤੋੜ ਗਏ। ਮੁੰਡਿਆਂ ਨੂੰ ਪਤਾ ਲੱਗ ਗਿਆ। ਉਹ ਮੁਖੇ ਦੇ ਗਲ ਜਾ ਪਏ। ਕਮਜ਼ੋਰ ਮੁਖੇ ਤੋਂ ਜਰਬਾਣੇ ਮੁੰਡਿਆਂ ਦੀ ਮਾਰ ਸਹਾਰੀ ਨਾ ਗਈ। ਗੰਭੀਰ ਹਾਲਤ ਵਿੱਚ ਉਸ ਨੂੰ ਹੁਣ ਵੱਡੇ ਸ਼ਹਿਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਸੱਥ ਵਾਲੇ ਦੱਸਦੇ ਹਨ ਕਿ ਮੁੰਡੇ ਪੁਲਿਸ ਤੋਂ ਡਰਦੇ ਕਿਧਰੇ ਲੁਕ ਗਏ ਹਨ। ਮੁਖੇ ਦੀ ਕੁੱਟਮਾਰ ਵਾਲੀ ਘਟਨਾ ਇਕੱਲਾ ਸਾਡੇ ਪਿੰਡ ਹੀ ਨਹੀਂ ਵਾਪਰੀ। ਹੁਣ ਤਾਂ ਇਹ ਹਰੇਕ ਪਿੰਡ ਦੀ ਹੋਣੀ ਬਣ ਚੁੱਕੀ ਹੈ। ਉਨੀਂਦਰੇ ਕਾਰਨ ਥਕਾਵਟ ਦਾ ਮਾਰਿਆ ਮੈਂ ਛੇਤੀ ਹੀ ਘਰ ਵੱਲ ਤੁਰ ਪੈਂਦਾ ਹਾਂ। ਲੱਗਦਾ ਹੈ
ਜਿਵੇਂ ਸੁਪਨੇ ਵਿੱਚ ਮੋਬਾਈਲ ਦੀ ਘੰਟੀ ਵੱਜ ਰਹੀ ਹੈ। ਪਾਸਾ ਪਲਟ ਕੇ ਰਜਾਈ ਠੀਕ ਕਰਦਾ ਦੂਜੇ ਪਾਸੇ ਪੈ ਜਾਂਦਾ ਹਾਂ। ਫਿਰ ਵੀ ਘੰਟੀ ਵੱਜਦੀ ਮਹਿਸੂਸ ਹੋ ਰਹੀ ਹੈ। ਪਤਨੀ ਨੇ ਝੰਜੋੜ ਕੇ ਜਗਾ ਦਿੱਤਾ। ਮੋਬਾਈਲ ਦੁਬਾਰਾ ਖੜਕਿਆ। ਖੇਤੋਂ ਗੁਆਂਢੀ ਦਾ ਫੋਨ ਸੀ। ਤੁਹਾਡੀ ਕਣਕ 'ਚ ਪਸ਼ੂ ਵੜ ਗਏ, ਤਾਰ ਤੋੜਤੀ। ਮੈਂ ਕਾਹਲੀ ਨਾਲ ਬਿਸਤਰੇ 'ਚੋਂ ਉੱਠਿਆ। ਬਰਾਂਡੇ 'ਚ ਮੋਟਰਸਾਈਕਲ ਦੇਖਿਆ। ਉਹ ਤਾਂ ਨਿੱਕਾ ਲੈ ਗਿਆ ਦੂਜੇ ਖੇਤ, ਪਤਨੀ ਨੇ ਦੱਸਿਆ। ਤਾਂ ਮੈਂ ਕੰਧ ਨਾਲ ਖੜਾ ਸਾਈਕਲ ਘੜੀਸ ਲਿਆ। ਪਿੱਛੋਂ ਪਤਨੀ ਦੀ ਆਵਾਜ਼ ਆਉਂਦੀ ਹੈ, ਚਾਹ ਤਾਂ ਪੀ ਜਾਂਦੇ। ਜਦੋਂ ਫਸਲ ਖਰਾਬ ਹੋ ਰਹੀ ਹੋਵੇ, ਭੁੱਖ ਤੇ ਦਾ ਖਿਆਲ ਨਹੀਂ ਰਹਿੰਦਾ। ਘੱਟ ਹਵਾ ਵਾਲੇ ਟਾਇਰਾਂ ਵਾਲਾ ਸਾਈਕਲ ਚਲਾਉਂਦਿਆਂ ਫੱਗਣ ਦੇ ਮਹੀਨੇ ਵੀ ਮੁੜਕਾ ਆ ਗਿਆ। ਕਣਕ ਨੂੰ 3 ਦਿਨ ਪਹਿਲਾਂ ਹੀ ਪਾਣੀ ਲਾਇਆ ਸੀ। 9-10 ਅਵਾਰਾ ਪਸ਼ੂਆਂ ਦੇ ਬੱਗ ਨੇ ਗਿੱਲੇ ਖੇਤ 'ਚ ਕਣਕ ਦਾ ਨਾਸ ਮਾਰਿਆ ਪਿਆ ਸੀ। ਤਾਰ ਇੱਕ ਥਾਂ ਤੋਂ ਕਮਜ਼ੋਰ ਸੀ। ਉਹ ਇੱਕ ਵਾਰ ਖੇਤ ਦੇ ਅੰਦਰ ਲੰਘ ਤਾਂ ਗਏ, ਪਰ ਬਾਹਰ ਨਿਕਲਣ ਲਈ ਰਾਹ ਤਲਾਸ਼ਦਿਆਂ ਖੇਤ ਦਾ ਇਹ ਹਾਲ ਹੋ ਗਿਆ। ਇਹਨਾਂ ਦਿਨਾਂ 'ਚ ਮੁੱਛੀ ਜਾਂ ਲਤਾੜੀ ਕਣਕ ਠੀਕ ਵੀ ਨਹੀਂ ਹੁੰਦੀ। ਤਕਲੀਫ ਸਹੀ ਜਾਣ ਵਾਲੀ ਨਹੀਂ, ਪਰ ਕੀਤਾ ਵੀ ਕੀ ਜਾ ਸਕਦਾ ਹੈ। ਮਸਲਾ ਧਰਮ ਨਾਲ ਜੋ ਜੋੜ ਦਿੱਤਾ ਗਿਆ ਹੈ। ਮੈਂ ਪਸ਼ੂ ਬਾਹਰ ਕੱਢ ਦਿੱਤੇ। ਕਮਜ਼ੋਰ ਸਨ। ਸੜਕ ਵਿੱਚੋਂ ਝਾਫੇ ਮੋੜੀਆਂ ਲਿਆ ਕੇ ਚੰਗੀ ਤਰ੍ਹਾਂ ਬੰਦ ਕਰ ਦਿੱਤਾ। ਰਾਤ ਦੀ ਰਾਖੀ ਵਾਸਤੇ ਤੁਰਨ ਦੀ ਤਿਆਰੀ ਚੱਲ ਰਹੀ ਹੈ। ਗੁਰਦੁਆਰਿਓਂ ਐਲਾਨ ਹੁੰਦਾ ਹੈ, ਸਾਧ ਸੰਗਤ ਜੀ, ਨਵੇਂ ਪਿੰਡ ਕਣੀਓਂ ਲੋਕ ਪਸ਼ੂ ਆਪਣੇ ਪਿੰਡ ਵੱਲ ਛੱਡਣ ਲਈ ਲੈ ਕੇ ਆ ਰਹੇ ਹਨ। ਮੈਂ ਕਾਹਲੀ ਨਾਲ ਸੜਕ 'ਤੇ ਪਹੁੰਚਿਆ ਹਾਂ। ਲਿਆਂਦੇ ਹੋਏ ਪਸ਼ੂ ਖਿੱਲਰ ਚੁੱਕੇ ਹਨ। ਪਿੰਡ ਵਾਲਿਆਂ ਨੇ ਨਵੇਂ ਪਿੰਡ ਦੇ ਰਾਖੇ ਠੇਕੇਦਾਰ ਨੂੰ ਕਾਬੂ ਕਰ ਰੱਖਿਆ ਹੈ। ਉਸ ਦੇ ਨਾਲ ਦੇ 2-3 ਜਣੇ ਭੱਜਣ ਵਿੱਚ ਕਾਮਯਾਬ ਹੋ ਗਏ ਸਨ। ਭੀੜ ਵਿੱਚ ਜੋ ਵੀ ਬੰਦਾ ਆਉਂਦਾ, ਉਹ ਰਾਖੇ ਨੂੰ ਵੱਡੀ ਸਾਰੀ ਗੰਦੀ ਗਾਲ ਦੇ ਕੇ 1-2 ਥੱਪੜ ਜ਼ਰੂਰ ਮਾਰਦਾ। ਮਾੜਜੂ ਜਿਹੇ ਬੰਦੇ ਦੇ ਬੁੱਲਾਂ ਅਤੇ ਦੰਦਾਂ ਵਿੱਚੋਂ ਖੂਨ ਸਿਮ ਆਇਆ ਸੀ। ਉਸ ਦੀਆਂ ਜਟੂਰੀਆਂ ਖਿੰਡ-ਪੁੰਡ ਗਈਆਂ। ਕਮੀਜ਼ ਉੱਪਰੋਂ ਪਾਈ ਕੋਟੀ ਦਾ ਗਲਾ ਪਾਟਿਆ ਪਿਆ ਸੀ। ਇੱਕ ਪੈਰ ਵਿੱਚੋਂ ਬੂਟ ਗਾਇਬ ਸੀ। ਜਾਪਦਾ ਹੈ ਕਿ ਮੇਰੇ ਆਉਣ ਤੋਂ ਪਹਿਲਾਂ ਵੀ ਉਸ ਦੀ ਚੰਗੀ ਸੇਵਾ ਹੋਈ ਹੈ। ਇਹਨੂੰ ਥਾਣੇ ਲੈ ਕੇ ਚੱਲੋ। ਇਹਦੀ ਹਿੰਮਤ ਕਿਵੇਂ ਹੋਈ ਇੱਧਰ ਮੂੰਹ ਕਰਨ ਦੀ? ਇੱਥੇ ਬੰਨੇ ਇਹਨਾਂ ਵੱਡੇ ਨਾਡੂ ਖਾਨ ਕੀੜਿਆਂ ਵਾਲੇ ਜੰਡ ਨਾਲ। ਜਿੰਨੇ ਪਸ਼ੂ ਲਿਆਇਆ ਉਹ ਤੋਂ ਦੁੱਗਣੇ ਛਡਾਓ। ਹੁਣ ਜਿੰਨੇ ਮੂੰਹ ਓਨੀਆਂ ਧਮਕੀਆਂ, ਗਾਲਾਂ। ਪੁਲਿਸ ਦੀ ਜੀਪ ਆ ਗਈ। ਭੀੜ ਵਿੱਚੋਂ ਹੀ ਕਿਸੇ ਨੇ ਫੋਨ ਕਰ ਦਿੱਤਾ ਹੋਵੇਗਾ। ਉਸ ਮੁੰਡੇ ਦੇ ਨਾਲ 2-4 ਮੋਹਤਬਰਾਂ ਨੂੰ ਵੀ ਪੁਲਿਸ ਆਪਣੇ ਨਾਲ ਲੈ ਗਈ। ਬਹੁਤੇ ਆਪੋ ਆਪਣੇ ਮੋਟਰਸਾਈਕਲਾਂ 'ਤੇ ਥਾੜੇ ਨੂੰ ਚੱਲ ਪਏ ਤੇ ਮੈਂ ਆਪਣੇ ਖੇਤ ਨੂੰ ਤੁਰ ਪਿਆ। ਘਾਚੀ ਮੇਰੇ ਨਾਲੋਂ ਪਹਿਲਾਂ ਝੁੰਬੀ ਵਿੱਚ ਪਿਆ ਸੀ। ਮੰਜੇ 'ਤੇ ਲੇਟਣ ਸਾਰ ਹੀ ਉਸਦੀ ਅੱਖ ਲੱਗ ਗਈ ਹੋਣੀ। ਮੈਂ ਉਸ ਨੂੰ ਜਗਾਉਣਾ ਠੀਕ ਨਾ ਸਮਝਿਆ। ਮੰਜੇ ਦੀ ਦੌਣ ਵਾਲੇ ਪਾਸੇ ਬੈਠਿਆਂ ਮੇਰੀ ਸੁਰਤ ਰਾਖੇ ਠੇਕੇਦਾਰ ਦੀ ਤਕਲੀਫ ਨਾਲ ਜਾ ਟਕਰਾਈ। ਇਹਨਾਂ ਰਾਖਿਆਂ ਦੀ ਵੀ ਅਜੀਬ ਹੋਣੀ ਹੈ। ਬਾਜੀਗਰ ਜਾਂ ਬੌਰਗੇ ਬਰਾਦਰੀ ਦੇ ਬੇਰੁਜ਼ਗਾਰ ਮੁੰਡੇ 5-7 ਜਣੇ ਇਕੱਠੇ ਹੋ ਕੇ ਇੱਕ ਪਿੰਡ ਦੇ ਰਕਬੇ ਦੀ ਰਾਖੀ ਦਾ ਠੇਕਾ ਲੈ ਲੈਂਦੇ ਹਨ।
ਠੇਕੇ ਵਾਲੇ ਪਿੰਡ ਵਿੱਚੋਂ ਪਸ਼ੂ ਮੋੜਦੇ ਸਮੇਂ ਜੇ ਕਿਸੇ ਹੋਰ ਪਿੰਡ ਦੇ ਕਿਸਾਨਾਂ ਦੇ ਹੱਥ ਲੱਗ ਜਾਣ ਜਾਂ ਪਸ਼ੂਆਂ ਨੂੰ ਟਰੱਕ 'ਚ ਚੜ੍ਹਾ ਕੇ ਦੂਰ ਦਰਾਡੇ ਛੱਡਣ ਜਾਣ ਸਮੇਂ ਗਊ ਰੱਖੇਕਾਂ ਦੇ ਢਹੇ ਚੜ੍ਹ ਜਾਣ ਤਾਂ ਫਿਰ ਇਹਨਾਂ ਦੀ ਖੈਰ ਨਹੀਂ। ਪਹਿਲਾਂ ਫੜਨ ਵਾਲੀ ਧਿਰ ਕੁੱਟ-ਕੁੱਟ ਕੇ ਨੀਲ ਪਾਉਂਦੀ ਹੈ, ਫਿਰ ਥਾਣੇ ਲਿਜਾ ਕੇ ਪੁਲਿਸ ਤੋਂ ਕੁੱਟਮਾਰ ਤੇ ਬੇਇੱਜ਼ਤੀ ਕਰਵਾਉਂਦੀ ਹੈ। ਕੁਟਾਪੇ ਦੇ ਤਾਂ ਇਹ ਲੋਕ ਹੁਣ ਆਦੀ ਹੀ ਹੋਏ ਪਏ ਹਨ। ਦੂਜੇ ਚੌਥੇ ਦਿਨ ਇਹ ਭਾਣਾ ਵਰਤਦਾ ਹੀ ਰਹਿੰਦਾ ਹੈ। ਮੈਨੂੰ ਸਾਡੀ ਆਪਣੀ ਹੋਣੀ ਦੇ ਨਾਲ ਨਾਲ ਇਹਨਾਂ ਦੀ ਤਰਾਸਦੀ ਉੱਤੇ ਵੀ ਤਰਸ ਆਇਆ। ਤਰਸ ਤਾਂ ਮੈਨੂੰ ਉਹਨਾਂ ਪਾਤਰਾਂ ਦੀ ਸੋਚ ਉੱਤੇ ਵੀ ਆਇਆ ਸੀ ਜਦੋਂ ਪਹਿਲੀ ਵਾਰ ਉਹ ਚੁਟਕਲਾ ਸੁਣਿਆ ਸੀ ਜੋ ਇਉਂ ਸੀ, ਉੱਚ ਵਰਗ ਦੀ ਔਰਤ ਜੀ ਜਿਹੜੀ ਕਣਕ ਦੀ ਆਪਾਂ ਰੋਟੀ ਖਾਂਦੇ ਆ ਉਹ ਕਿੱਥੋਂ ਆਉਂਦੀ ਆ? ਬਾਬੂ ਕਿਸਾਨਾਂ ਦੇ ਖੇਤਾਂ 'ਚੋਂ। ਔਰਤ ਭਲਾ ਉਹ ਕਿਵੇਂ? ਬਾਬੂ ਕਿਸਾਨ ਆਪਣੇ ਖੇਤ ਤਿਆਰ ਕਰਦੇ ਆ, ਬੀਜ ਬੀਜਦੇ ਆ, ਪਾਣੀ ਲਾਉਂਦੇ ਆ, ਫਸਲ ਵੱਢਦੇ ਆ, ਫਿਰ ਔਰਤ ਬੜਾ ਕੰਮ ਆ ਇਹ ਤਾਂ। ਬਾਬੂ ਤੇ ਹੋਰ ਕੀ ਐਵੇਂ ਹੀ? ਔਰਤ ਫਿਰ ਤਾਂ ਜੇ ਕਿਸਾਨ ਨਾ ਹੋਣ ਬੰਦਿਆਂ ਨੂੰ ਕਰਨਾ ਪਵੇ ਸਾਰਾ ਕੁਛ। ਕਾਜੀ ਨੇ ਬਰੜਾਉਂਦਿਆਂ ਪਾਸਾ ਮਾਰਿਆ। ਮੇਰੀ ਸੋਚਾਂ ਦੀ ਤੰਦ ਟੁੱਟ ਗਈ। ਫਿਰ ਸੁਰਤ ਅਵਾਰਾ ਡੰਗਰਾਂ ਦੀ ਗਿਣਤੀ ਵਧਣ ਦੇ ਕਾਰਨਾਂ ਵੱਲ ਚਲੀ ਗਈ। ਇਹਦੇ ਵਿੱਚ ਕਸੂਰ ਵੱਡੇ ਵੱਡੇ ਡੇਅਰੀ ਫਾਰਮਾਂ ਦਾ ਜਾਪਿਆ, ਜਿਹੜੇ ਦੁੱਧ ਚੁੰਘਣੋਂ ਹਟੇ ਬੱਚਿਆਂ ਤੇ ਵਾਧੂ ਢੱਠਿਆਂ ਨੂੰ ਜਾਂ ਖਰਾਬ ਹੋਈਆਂ ਗਾਵਾਂ ਨੂੰ ਆਪਣੇ ਫਾਰਮਾਂ ਵਿੱਚੋਂ ਬਾਹਰ ਕੱਢ ਦਿੰਦੇ ਹਨ। ਫਿਰ ਸੋਚਦਾ ਹਾਂ ਕਿ ਉਹ ਕਿਹੜੀ ਨੀਤੀ ਹੈ ਜਿਸ ਕਾਰਨ ਬੱਚੇ ਤੇ ਬੈੜਾਂ ਨੂੰ ਅਵਾਰਾ ਜਾਂ ਬੇਸਹਾਰਾ ਛੱਡਣ ਲਈ ਮਜਬੂਰ ਹੋਣਾ ਪੈਂਦਾ ਹੈ। ਇਹਨਾਂ ਦਾ ਮੁੱਲ ਨਾ ਲੱਗ ਸਕਣ ਪਿੱਛੇ ਕੰਮ ਕਰਦੇ ਲੋਕਾਂ ਦੇ ਸਮੂਹਾਂ ਉੱਤੇ ਵੀ ਗੁੱਸਾ ਆਉਂਦਾ ਹੈ, ਜਿਨ੍ਹਾਂ ਨੇ ਇਨਸਾਨਾਂ ਨੂੰ ਛੱਡ ਕੇ ਪਸ਼ੂਆਂ ਨਾਲ ਰਿਸ਼ਤੇ ਗੰਢੇ ਹੋਏ ਨੇ। ਜੇ ਕੱਟੇ ਤੇ ਸਾਨਾਂ ਦੀ ਵਿਕਰੀ ਹੋ ਸਕਦੀ ਹੈ ਤਾਂ ਬੱਚਿਆਂ ਤੇ ਢੱਠਿਆਂ ਦੀ ਕਿਉਂ ਨਹੀਂ? ਹਟ ਹਟ ਹਈ ਹਈਤ। ਕਾਚੀ ਸੁੱਤਾ ਪਿਆ ਹੀ ਬੋਲਿਆ। ਲੱਗਦਾ ਉਸ ਨੂੰ ਦਬਾਅ ਆ ਗਿਆ। ਮੈਂ ਉਸ ਦੀ ਛਾਤੀ ਤੋਂ ਹੱਥ ਪਾਸੇ ਕੀਤਾ ਤੇ ਉਸ ਨੂੰ ਹਿਲਾਉਣ ਕੇ ਜਗਾ ਦਿੱਤਾ। ਉੱਤੇ ਲਈ ਰਜਾਈ ਠੀਕ ਕਰਦਾ ਹੋਇਆ ਕਾਚੀ ਹੱਸਿਆ। ਹੁਣ ਤਾਂ ਯਾਰ ਸੁਪਨਿਆਂ 'ਚ ਵੀ ਡੰਗਰ ਮੋੜਦੇ ਫਿਰਦੇ ਆ। ਸਾਰੇ ਕੰਮਾਂ ਨਾਲੋਂ ਔਖਾ ਕੰਮ ਹੋਇਆ ਪਿਆ ਇਹ ਤਾਂ ਕਾਚੀ ਸਿਆਂ ਸਜ਼ਾ ਮਿਲੀ ਹੈ ਆਪਾਂ ਨੂੰ, ਉਹ ਵੀ ਬਿਨਾਂ ਕੋਈ ਜੁਰਮ ਕਰੇ ਤੋਂ ਬਸ ਭੁਗਤੀ ਜਾਂਦੇ ਆ। ਤੇ ਫਿਰ ਬਈ ਆਪਣੀ ਜੂਨ ਆਈ ਲੰਘ ਜੂ। ਕਾਚੀ ਦਾ ਫਿਕਰ ਜਾਇਜ਼ ਸੀ, ਪਰ ਉਸ ਦੇ ਇਸ ਤੌਖਲੇ ਭਰੇ ਸਵਾਲ ਦਾ ਜਵਾਬ ਘੱਟੋ ਘੱਟ ਮੇਰੇ ਕੋਲ ਤਾਂ ਹੈ ਨਹੀਂ। ਸ਼ਾਇਦ ਕਿਸੇ ਹੋਰ ਕੋਲ ਹੋਵੇ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।